ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੀ। ਦਇਆ ਕਰਹੁ ਕਿਛ ਮਿਹਰ ਉਪਾਵਹੁ, ਡੁੱਬਦੇ ਪੱਥਰ ਤਾਰੇ। ਦਇਆ ਕਰਹੁ ਕਿਛ ਮਿਹਰ ਉਪਾਵਹੁ, ਡੁੱਬਦੇ ਪੱਥਰ ਤਾਰੇ। ਪਰਮ ਸਤਿਕਾਰਯੋਗ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਤਿਨਾਂ ਦੀ ਹਜ਼ੂਰੀ ਦੇ ਅੰਦਰ ਸੁਭਾਏਮਾਨ ਸਤ ਸੰਗੀ ਜਨੋ ਵੱਡ ਭਾਗੇ ਹਾਂ। ਸਤਿਗੁਰੂ ਜੀ ਦੀ ਮੁਬਾਰਕ ਗੋਦ ਅੰਦਰ ਬੈਠ ਕੇ ਇਤਿਹਾਸ ਨੂੰ ਵਿਚਾਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਸੋ ਕੱਲ੍ਹ ਆਪਾਂ ਇਤਿਹਾਸ ਨੂੰ ਵਿਚਾਰਿਆ ਸੀ। ਭਾਈ ਤਾਰੂ ਸਿੰਘ ਨੂੰ ਜ਼ਕਰੀਆ ਖਾਨ ਦੇ ਵੱਲੋਂ ਸ਼ਹੀਦ ਕੀਤਾ ਜਾਂਦਾ ਹੈ ਅਤੇ ਜ਼ਕਰੀਆ ਖਾਨ ਦਾ ਵੀ ਅੰਤ 1745 ਈਸਵੀ ਦੇ ਵਿੱਚ ਹੋ ਜਾਂਦਾ ਹੈ। ਖਾਲਸਾ ਉਸ ਨੂੰ ਜੁੱਤੀ ਦੀ ਨੋਕ ਦੇ ਅੱਗੇ ਲਾ ਕੇ ਲੈ ਜਾਂਦਾ ਹੈ। ਇਹ ਘਟਨਾਵਾਂ ਇਤਿਹਾਸ ਦੀਆਂ ਆਪਾਂ ਕੱਲ੍ਹ ਵਿਚਾਰੀਆਂ ਸਨ। ਅਗਲੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਗੁਰੂ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਗਸਤ 1745 ਈਸਵੀ ਦੇ ਵਿੱਚ ਜ਼ਕਰੀਆ ਖਾਨ ਖਤਮ ਹੋ ਜਾਂਦਾ ਹੈ ਅਤੇ ਇਸ ਦੀ ਜਗ੍ਹਾ 'ਤੇ ਲਾਹੌਰ ਦਾ ਸੂਬੇਦਾਰ ਇਸ ਦੇ ਪੁੱਤਰ ਨੂੰ ਬਣਾਇਆ ਜਾਂਦਾ ਹੈ। ਯਹੀਆ ਖਾਨ ਉਸ ਦਾ ਨਾਮ ਹੈ। ਜ਼ਕਰੀਆ ਖਾਨ ਦੇ 3 ਪੁੱਤਰ ਸਨ। ਯਹੀਆ ਖਾਨ, ਸ਼ਾਹ ਨਿਵਾਸ ਅਤੇ ਮੀਰ ਬਾਕੀ। ਮੀਰ ਬਾਕੀ ਬਹੁਤ ਵਧੀਆ ਸੁਭਾਅ ਦਾ ਮਾਲਕ ਸੀ। ਬਾਕੀ ਇਹ 2 ਯਹੀਆ ਖਾਨ ਅਤੇ ਸ਼ਾਹ ਨਿਵਾਸ ਬਹੁਤ ਜ਼ਿਆਦਾ ਕਰੂਰ ਬਿਰਤੀ ਦੇ ਬੰਦੇ ਸਨ। ਇਹਨਾਂ ਨੇ ਸਿੱਖਾਂ ਦਾ ਨੁਕਸਾਨ ਕੀਤਾ ਹੈ। ਯਹੀਆ ਖਾਨ ਨੂੰ 1746 ਈਸਵੀ ਦੇ ਵਿੱਚ ਇਹਦੇ ਪਿਤਾ ਦੀ ਮੌਤ ਤੋਂ ਬਾਅਦ ਲਾਹੌਰ ਦਾ ਸੂਬੇਦਾਰ ਬਣਾ ਦਿੱਤਾ ਜਾਂਦਾ ਹੈ। 1726 ਈਸਵੀ ਦੇ ਵਿੱਚ ਅਬਦੁਲ ਸਮੁੱਦ ਖਾਨ ਨੂੰ ਲਾਹੌਰ ਤੋਂ ਹਟਾ ਕੇ ਮੁਲਤਾਨ ਦਾ ਗਵਰਨਰ ਬਣਾਇਆ ਗਿਆ ਸੀ। ਅਬਦੁਲ ਸਮੁੱਦ ਖਾਨ ਦਾ ਪੁੱਤਰ ਜ਼ਕਰੀਆ ਖਾਨ ਨੂੰ 1726 ਈਸਵੀ ਤੋਂ ਲੈ ਕੇ 1745 ਤੱਕ ਇਹ ਸੂਬੇਦਾਰ ਬਣਿਆ ਰਿਹਾ। ਇਸ ਨੇ ਬਹੁਤ ਜ਼ਿਆਦਾ ਸਿੱਖਾਂ ਨੂੰ ਸ਼ਹੀਦ ਕੀਤਾ। ਤਕਰੀਬਨ 10,000 ਤੋਂ ਜ਼ਿਆਦਾ ਸਿੱਖਾਂ ਨੂੰ ਇਸ ਨੇ ਸ਼ਹੀਦ ਕੀਤਾ ਅਤੇ ਹੁਣ ਇਹਦਾ ਪੁੱਤਰ ਜਾਣੀ ਕਿ ਅਬਦੁਲ ਸਮੁੱਦ ਖਾਨ ਦਾ ਪੋਤਰਾ ਯਹੀਆ ਖਾਨ ਲਾਹੌਰ ਦਾ ਸੂਬੇਦਾਰ ਬਣਿਆ। ਇਹਨਾਂ ਦਿਨਾਂ ਦੇ ਵਿੱਚ ਹੀ ਬਹੁਤ ਸਾਰੇ ਗੁਰਸਿੱਖਾਂ ਨੂੰ ਸ਼ਹੀਦ ਕੀਤਾ ਜਾਂਦਾ ਹੈ। ਜ਼ਕਰੀਆ ਖਾਨ ਦੇ ਸਮੇਂ ਉਹ ਗ੍ਰਿਫਤਾਰ ਕੀਤੇ ਗਏ ਹੈ ਜੋ ਮਿਲਵਰਤਣੀਏ ਸਿੱਖ ਹਨ,
ਜੋ ਪਿੰਡਾਂ ਦੇ ਵਿੱਚ ਰਹਿੰਦੇ ਹੈ, ਖੇਤੀਬਾੜੀ ਕਰਦੇ ਹੈ, ਗਦਾਰਾਂ ਦਾ ਉਹਨਾਂ ਨੇ ਨਾਮ ਦੱਸ ਦਿੱਤਾ ਹੈ, ਹਰ ਭਗਤ ਨਿਰੰਜਨੀਏ ਵਰਗਿਆਂ ਨੇ, ਜਿਸ ਕਰਕੇ ਪਿੰਡਾਂ ਦੇ ਵਿੱਚੋਂ ਜਿੱਥੇ ਭਾਈ ਤਾਰੂ ਸਿੰਘ ਨੂੰ ਸ਼ਹੀਦ ਕੀਤਾ ਗਿਆ, ਉੱਥੇ ਹੋਰ ਬਹੁਤ ਸਿੱਖ ਸ਼ਹੀਦ ਕੀਤੇ ਗਏ ਹਨ। ਇਨ੍ਹਾਂ ਦਿਨਾਂ ਦੇ ਵਿੱਚ ਹੀ ਭਾਈ ਮਹਿਤਾਬ ਸਿੰਘ, ਜੋ ਮੀਰਾਂਕੋਟ ਦਾ ਰਹਿਣ ਵਾਲਾ ਹੈ, ਜਿਸ ਨੇ ਮੱਸਾ ਰਿੰਗੜ ਦਾ ਸਿਰ ਵੱਢਿਆ ਸੀ, ਇਸ ਨੂੰ ਵੀ ਸ਼ਹੀਦ ਕਰ ਦਿੱਤਾ ਜਾਂਦਾ ਹੈ। ਇਸ ਸਮੇਂ ਦੇ ਦੌਰਾਨ ਇੱਕ ਘਟਨਾ ਘਟਦੀ ਹੈ, ਜਿਸ ਦੀ ਸਾਂਝ ਆਪਾਂ ਅੱਜ ਦੇ ਦੀਵਾਨ ਅੰਦਰ ਪਾਵਾਂਗੇ। ਭਾਈ ਸੁਬੇਗ ਸਿੰਘ ਪ੍ਰਿੰਸੀਪਲ ਸਤਵੀਰ ਸਿੰਘ ਨੇ ਲਿਖਿਆ, ਇਹ ਸਰਕਾਰੀ ਠੇਕੇਦਾਰ ਸੀ। ਡਾਕਟਰ ਗੰਡਾ ਸਿੰਘ ਨੇ ਲਿਖਿਆ, ਇਹ ਠੇਕੇ ਤੇ ਜ਼ਮੀਨ ਲੈ ਕੇ ਖੇਤੀਬਾੜੀ ਕਰਿਆ ਕਰਦਾ ਸੀ। ਇਹੀ ਭਾਈ ਸੁਬੇਗ ਸਿੰਘ ਨਵਾਬੀ ਲੈ ਕੇ ਗਿਆ ਸੀ ਸਿੱਖਾਂ ਦੇ ਕੋਲ, ਤੇ ਇਸੇ ਨੇ ਹੀ ਜ਼ਕਰੀਆ ਖਾਨ ਨੂੰ ਇਹ ਸਲਾਹ ਦਿੱਤੀ ਸੀ ਵੀ ਤੁਸੀਂ ਆਪਣੇ ਸਿਰ ਦੇ ਵਿੱਚ ਭਾਈ ਤਾਰੂ ਸਿੰਘ ਦੀਆਂ ਜੁੱਤੀਆਂ ਮਾਰੋ, ਹੋ ਸਕਦਾ ਤੁਸੀਂ ਤੰਦਰੁਸਤ ਹੋ ਜਾਵੋ। ਸੁਬੇਗ ਸਿੰਘ ਦਾ ਲੜਕਾ ਹੈ ਸ਼ਾਹਬਾਜ਼ ਸਿੰਘ, ਨੌਜਵਾਨ ਹੈ, ਬੜਾ ਸੋਹਣਾ ਸੁਨੱਖਾ ਹੈ। ਇੱਕ ਕਾਜੀ ਦੇ ਕੋਲ ਪੜ੍ਹਨ ਦੇ ਲਈ ਜਾਂਦਾ ਹੈ। ਕਾਜੀ ਦੇ ਮਨ ਦੇ ਵਿੱਚ ਖਿਆਲ ਆਇਆ, ਇਹ ਨੌਜਵਾਨ ਲੜਕਾ ਬਹੁਤ ਸੁੰਦਰ ਹੈ, ਸੋਹਣਾ ਹੈ, ਕਿਉਂ ਨਾ ਮੈਂ ਆਪਣੀ ਲੜਕੀ ਦਾ ਨਿਕਾਹ ਇਸ ਦੇ ਨਾਲ ਕਰ ਦੇਵਾਂ। ਤੇ ਉਹਦੇ ਮਨ ਵਿੱਚ ਇਹ ਵੀ ਖਿਆਲ ਆਇਆ, ਮੈਂ ਆਪਣੀ ਲੜਕੀ ਦਾ ਨਿਕਾਹ ਇਸ ਦੇ ਨਾਲ ਕਰ ਦੇਵਾਂਗਾ ਜੇਕਰ ਇਹ ਆਪਣਾ ਮਤ ਤਿਆਗ ਕੇ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਛੱਡ ਕੇ ਮੁਸਲਮਾਨ ਬਣ ਜਾਵੇ। ਇਸ ਕਾਜੀ ਨੇ ਸ਼ਾਹਬਾਜ਼ ਦੇ ਨਾਲ, ਲੜਕੇ ਦੇ ਨਾਲ ਗੱਲ ਕੀਤੀ, ਮੈਂ ਆਪਣੀ ਲੜਕੀ ਦਾ ਨਿਕਾਹ ਤੁਹਾਡੇ ਨਾਲ ਕਰ ਦੇਵਾਂਗਾ ਜੇਕਰ ਤੁਸੀਂ ਸਿੱਖ ਮਤ ਦਾ ਤਿਆਗ ਕਰਕੇ ਇਸਲਾਮ ਮਤ ਨੂੰ ਕਬੂਲ ਕਰ ਲਵੋ। ਸ਼ਾਹਬਾਜ਼ ਸਿੰਘ ਨੇ ਬਹੁਤ ਵਧੀਆ ਜਵਾਬ ਦਿੱਤਾ, ਕਾਜੀ ਜੀ, ਇਸਲਾਮ ਮਤ ਵੀ ਕੋਈ ਮਾੜਾ ਮਤ ਨਹੀਂ ਹੈ, ਲੇਕਿਨ ਮੈਂ ਸਿੱਖ ਮਤ ਨੂੰ ਬਚਪਨ ਦੇ ਵਿੱਚੋਂ ਅਪਣਾਇਆ ਹੋਇਆ ਹੈ। ਮੇਰੀਆਂ ਭਾਵਨਾਵਾਂ, ਮੇਰੇ ਖਿਆਲ ਸਿੱਖੀ ਸਿਧਾਂਤਾਂ ਦੇ ਨਾਲ ਜੁੜੇ ਹੋਏ ਹੈ। ਸਿੱਖ ਮਤ ਦੇ ਉੱਪਰ ਸਾਡਾ ਵਿਸ਼ਵਾਸ ਹੈ। ਇਸਲਾਮ ਮਤ ਵੀ ਬਹੁਤ ਵਧੀਆ ਹੈ, ਲੇਕਿਨ ਮੈਂ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਨਹੀਂ ਛੱਡ ਸਕਦਾ। ਜੇਕਰ ਮੈਂ ਇਹੀ ਗੱਲ ਤੁਹਾਨੂੰ ਕਹਾਂ ਵੀ ਤੁਸੀਂ ਇਸਲਾਮ ਮਤ ਨੂੰ ਛੱਡ ਕੇ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਅਪਣਾ ਲਵੋ, ਤੁਸੀਂ ਵੀ ਕਦੇ ਇਸ ਗੱਲ ਨੂੰ ਸਵੀਕਾਰ ਨਹੀਂ ਕਰਨਾ, ਅਤੇ ਮੈਨੂੰ ਵੀ ਇਹ ਗੱਲ ਸਵੀਕਾਰ ਨਹੀਂ ਹੈ ਵੀ ਮੈਂ ਆਪਣੀ ਵਿਚਾਰਧਾਰਾ ਛੱਡ ਕੇ ਇਸਲਾਮ ਮਤ ਦੀ ਵਿਚਾਰਧਾਰਾ ਨੂੰ ਅਪਣਾਵਾਂ। ਮੈਂ ਤੁਹਾਨੂੰ ਕਦੇ ਨਹੀਂ ਕਹਾਂਗਾ ਵੀ ਤੁਸੀਂ ਇਸਲਾਮ ਮਤ ਕਬੂਲ ਕਰ ਲਵੋ, ਪਰ ਤੁਸੀਂ ਸਾਨੂੰ ਇਹ ਗੱਲ ਨਾ ਕਹੋ ਵੀ ਤੁਸੀਂ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਛੱਡ ਦੇਵੋ। ਤੁਹਾਨੂੰ ਤੁਹਾਡਾ ਮਤ ਮੁਬਾਰਕ, ਮੈਨੂੰ ਮੇਰਾ ਮਤ ਮੁਬਾਰਕ, ਇਹ ਨਹੀਂ ਹੋ ਸਕਦਾ। ਇਹ ਕਾਜੀ ਨੇ ਜੋ ਕੁਝ ਮਨ ਦੇ ਵਿੱਚ ਸੋਚਿਆ ਸੀ ਵੀ ਮੇਰੇ ਕਹਿਣ ਤੇ ਮੇਰੇ ਕੋਲ ਇਹ ਪੜ੍ਹਨ ਆਉਂਦਾ ਹੈ, ਮੇਰੇ ਪ੍ਰਭਾਵ ਨੂੰ ਕਬੂਲੇਗਾ ਅਤੇ ਇਹ ਲਾਲਚ ਵਸ ਹੋ ਕੇ ਇਸਲਾਮ ਮਤ ਨੂੰ ਕਬੂਲ ਕਰੇਗਾ ਵੀ ਤਾਂ ਕਿ ਕਾਜੀ ਦੀ ਲੜਕੀ ਨਾਲ ਮੇਰਾ ਵਿਆਹ ਹੋ ਜਾਵੇ। ਜੋ ਕੁਝ ਕਾਜੀ ਨੇ ਆਪਣੇ ਮਨ ਦੇ ਵਿੱਚ ਸੋਚਿਆ ਸੀ ਉਹਦੇ ਉਲਟ ਹੋਇਆ। ਇਹ ਕਾਜੀ ਬਹੁਤ ਕ੍ਰੋਧ ਦੇ ਵਿੱਚ ਆਇਆ, ਗੁੱਸੇ ਦੇ ਵਿੱਚ ਆਇਆ, ਤੇ ਇਸ ਨੇ
ਜਹੀਆ ਖਾਨ ਨੂੰ ਜਾ ਕੇ ਇਹ ਸ਼ਿਕਾਇਤ ਲਾਈ, ਸਵੇਗ ਸਿੰਘ ਦਾ ਲੜਕਾ ਸ਼ਾਹਬਾਜ਼ ਸਿੰਘ ਇਸਲਾਮ ਮਤ ਦੇ ਖਿਲਾਫ ਬੋਲਦਾ ਹੈ। ਜਹੀਆ ਖਾਨ ਨੇ ਸ਼ਾਹਬਾਜ਼ ਸਿੰਘ ਨੂੰ ਗ੍ਰਿਫਤਾਰ ਕਰਵਾ ਲਿਆ ਅਤੇ ਇਸ ਦੇ ਪਿਤਾ ਨੂੰ ਸਵੇਗ ਸਿੰਘ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਸਵੇਗ ਸਿੰਘ ਅਤੇ ਸ਼ਾਹਬਾਜ਼ ਸਿੰਘ ਪਿਓ ਪੁੱਤਰ ਹਨ। ਇਹਨਾਂ ਦੇ ਉੱਪਰ ਅਨੇਕਾਂ ਤਰ੍ਹਾਂ ਦਾ ਤਸੱਦਦ ਕੀਤਾ ਗਿਆ। ਇਹਨਾਂ ਨੂੰ ਇਸਲਾਮ ਮਤ ਦੇ ਵਿੱਚ ਲੈ ਕੇ ਆਉਣ ਦੇ ਲਈ ਅਨੇਕਾਂ ਤਰ੍ਹਾਂ ਦੀ ਕੋਸ਼ਿਸ਼ ਕੀਤੀ ਗਈ, ਲੇਕਿਨ ਇਹਨਾਂ ਨੇ ਇਸਲਾਮ ਮਤ ਨੂੰ ਸਵੀਕਾਰ ਨਹੀਂ ਕੀਤਾ। ਸਵੇਗ ਸਿੰਘ ਤੇ ਸ਼ਾਹਬਾਜ਼ ਸਿੰਘ ਨੂੰ ਅਖੀਰ ਤੇ ਯਹੀਆ ਖਾਨ ਵੱਲੋਂ ਆਪਣੇ ਸਿਪਾਹੀਆਂ ਨੂੰ ਇਹ ਹੁਕਮ ਦਿੱਤਾ ਗਿਆ, ਇਹਨਾਂ ਨੂੰ ਚਰਖੜੀ ਦੇ ਉੱਪਰ ਚੜ੍ਹਾਇਆ ਜਾਵੇ। ਜਦੋਂ ਚਰਖੜੀ ਤੇ ਚੜ੍ਹਾਉਣ ਦਾ ਸਮਾਂ ਆਉਂਦਾ ਹੈ, ਚਰਖੜੀ ਅਸੀਂ ਤਕਰੀਬਨ ਸਾਰਿਆਂ ਨੇ ਵੇਖੀ ਹੋਣੀ ਹੈ ਤਸਵੀਰਾਂ ਦੇ ਵਿੱਚ, ਤੇ ਜੇਕਰ ਅਸੀਂ ਚਰਖੜੀ ਦੇ ਬਾਰੇ ਸਮਝਣਾ ਹੈ, ਚਰਖਾ ਵੇਖਿਆ ਸੀ ਸਾਰਿਆਂ ਨੇ ਹੀ, ਚਰਖੇ ਦਾ ਬਹੁਤ ਵੱਡਾ ਰੂਪ ਚਰਖੜੀ ਕਹਿਲਾਉਂਦਾ ਹੈ। ਦੋ ਚਰਖੜੀਆਂ ਆਪਸ ਦੇ ਵਿੱਚ ਬਹੁਤ ਨਜ਼ਦੀਕ ਹੁੰਦੀਆਂ ਹਨ। ਇੱਕ ਚਰਖੜੀ ਦੇ ਉੱਪਰ ਬਹੁਤ ਹੀ ਤਿੱਖੇ ਸੂਏ ਲੱਗੇ ਹੁੰਦੇ ਆ, ਦੂਸਰੀ ਚਰਖੜੀ ਤੇ ਬੰਦੇ ਨੂੰ ਬੰਨ੍ਹਿਆ ਜਾਂਦਾ, ਦੋਵਾਂ ਨੂੰ ਇਕੱਠਿਆਂ ਹੀ ਘੁਮਾਇਆ ਜਾਂਦਾ ਹੈ। ਜਿਹੜੇ ਸੂਏ ਹੁੰਦੇ ਹਨ ਜੋ ਦੂਸਰੀ ਚਰਖੜੀ ਦੇ ਉੱਪਰ ਮਨੁੱਖ ਬੰਨ੍ਹਿਆ, ਉਹਦੇ ਸਰੀਰ ਦੇ ਵਿੱਚੋਂ ਮਾਸ ਦੀਆਂ ਬੋਟੀਆਂ ਬਾਹਰ ਕੱਢ ਸੁੱਟਦੇ ਹਨ। ਤੇ ਤਸਵੀਰ ਦੇ ਵਿੱਚ ਤਕਰੀਬਨ ਅਸੀਂ ਸਾਰਿਆਂ ਨੇ ਹੀ ਚਰਖੜੀ ਵੇਖੀ ਹੋਣੀ ਹੈ। ਤੇ ਅਰਦਾਸ ਦੇ ਵਿੱਚ ਵੀ ਅਸੀਂ ਜ਼ਿਕਰ ਕਰਦੇ ਹਾਂ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸ਼ੀਸ ਦਿੱਤੇ, ਬੰਦ ਕਟਾਏ, ਖੋਪਰੀਆਂ ਲਹਾਈਆਂ, ਚਰਖੜੀਆਂ ਤੇ ਚੜ੍ਹੇ। ਇਹ ਜਿਹੜਾ ਅਰਦਾਸ ਦਾ ਪਹਿਰ ਹੈ ਨਾ, ਤੀਸਰਾ ਪਹਿਰਾ, ਜਿਸ ਨੂੰ ਅਸੀਂ ਰੋਜ਼ ਨਿਤਨੇਮ ਤੋਂ ਬਾਅਦ ਅਰਦਾਸ ਦੇ ਰੂਪ ਦੇ ਵਿੱਚ ਦੁਹਰਾਉਂਦੇ ਹਾਂ, ਇਹ ਪਹਿਰਾ ਜਿਹੜਾ ਇਤਿਹਾਸ ਨੂੰ ਆਪਾਂ ਵਿਚਾਰ ਰਹੇ ਹਾਂ, ਜਿਹੜੇ ਇਤਿਹਾਸ ਦੀ ਆਪਾਂ ਗੱਲ ਕਰ ਰਹੇ ਹਾਂ, ਇਸ ਸਮੇਂ ਦੇ ਦੌਰਾਨ ਜਿਹੜੇ ਸਿੱਖ ਸ਼ਹੀਦ ਹੋਏ ਹੈ, ਉਹਨਾਂ ਦੇ ਇਤਿਹਾਸ ਦੇ ਨਾਲ ਹੀ ਸੰਬੰਧ ਰੱਖਦਾ। ਸੋ ਖੈਰ ਆਖਰ ਇਹ ਹੁਕਮ ਕਰ ਦਿੱਤਾ ਗਿਆ, ਸਵੇਗ ਸਿੰਘ ਅਤੇ ਸ਼ਾਹਬਾਜ਼ ਸਿੰਘ ਨੂੰ ਚਰਖੜੀ ਦੇ ਉੱਪਰ ਚੜ੍ਹਾਇਆ ਜਾਵੇ। ਜੇਕਰ ਇਹ ਇਸਲਾਮ ਮਤ ਕਬੂਲ ਨਹੀਂ ਕਰਦੇ, ਜਦੋਂ ਚਰਖੜੀਆਂ ਦੇ ਕੋਲ ਲਿਜਾਇਆ ਜਾਂਦਾ ਹੈ, ਉਸ ਸਮੇਂ ਵੀ ਯਹੀਆ ਖਾਨ ਦੇ ਵੱਲੋਂ ਪੁੱਛਿਆ ਜਾਂਦਾ ਹੈ ਸਵੇਗ ਸਿੰਘ ਨੂੰ ਵੀ ਹੁਣ ਵੀ ਤੁਸੀਂ ਆਪਣਾ ਇਰਾਦਾ ਬਦਲ ਲਵੋ, ਇਰਾਦਾ ਬਦਲ ਲਵੋ। ਲੇਕਿਨ ਇਹ ਗੁਰੂ ਦੇ ਸਿੱਖ ਗੁਰੂ ਦੇ ਸਿਧਾਂਤਾਂ ਪ੍ਰਤੀ ਸਿਦਕ ਦੇ ਵਿੱਚ ਪੱਕੇ ਹਨ। ਆਖਰ ਇੱਕ ਚਰਖੜੀ ਤੇ ਇਹਨਾਂ ਦੋਵਾਂ ਪਿਓ ਪੁੱਤਾਂ ਨੂੰ ਬੰਨ੍ਹ ਲਿਆ ਜਾਂਦਾ ਹੈ, ਤੇ ਚਰਖੜੀ ਤੇ ਚੜ੍ਹਾ ਕੇ ਜਦੋਂ ਦੋ ਚਰਖੜੀਆਂ ਇਕੱਠੀਆਂ ਫੇਰੀਆਂ ਜਾਂਦੀਆਂ ਹਨ, ਤਾਂ ਉਸ ਸਮੇਂ ਜੋ ਤਿੱਖੇ ਸੂਏ ਲੱਗੇ ਹਨ, ਉਹ ਤਿੱਖੇ ਸੂਏ ਇਹਨਾਂ ਦੇ ਸਰੀਰ ਦੇ ਵਿੱਚੋਂ ਮਾਸ ਦੀਆਂ ਬੋਟੀਆਂ ਬਾਹਰ ਕੱਢ ਸੁੱਟਦੇ ਹਨ। ਇੱਕ ਪਾਸੇ ਪੁੱਤਰ ਬੰਨ੍ਹਿਆ ਹੋਇਆ ਚਰਖੜੀ ਦੇ ਉੱਪਰ, ਦੂਸਰੇ ਪਾਸੇ ਜੋ ਸਵੇਗ ਸਿੰਘ ਪਿਤਾ ਹੈ, ਇਸ ਨੂੰ ਬੰਨ੍ਹਿਆ ਗਿਆ। ਜਦੋਂ ਪੁੱਤਰ ਚਰਖੜੀ ਦੇ ਉੱਪਰ ਗੇੜਾ ਆਉਂਦਾ, ਉੱਪਰ ਚਲਿਆ ਜਾਂਦਾ, ਤੇ ਉਸ ਦੇ ਖੂਨ ਦੇ ਵਿੱਚ ਸਵੇਗ ਸਿੰਘ ਇਸ਼ਨਾਨ ਕਰਦਾ, ਤੇ ਜਦੋਂ ਪਿਤਾ ਚਰਖੜੀ ਦੇ ਉੱਪਰ ਚਲਿਆ ਜਾਂਦਾ ਤੇ ਹੇਠਾਂ ਸ਼ਾਹਬਾਜ਼ ਸਿੰਘ ਹੁੰਦਾ, ਉਹ ਪਿਤਾ ਦੇ ਖੂਨ ਦੇ ਵਿੱਚ ਇਸ਼ਨਾਨ ਕਰਦਾ। ਆਖਰ ਫੇਰ ਵੀ ਚਰਖੜੀ ਨੂੰ ਖਿਲਾਰ ਕੇ ਸਵੇਗ ਸਿੰਘ ਨੂੰ ਪੁੱਛਿਆ ਜਾਂਦਾ ਹੈ ਵੀ ਜੇਕਰ
ਤੂੰ ਆਪਣੀ ਜਾਨ ਨਹੀਂ ਬਚਾਉਣੀ, ਇਸਲਾਮ ਮਤ ਨਹੀਂ ਕਬੂਲ ਕਰਨਾ, ਤੇਰੀ ਤਾਂ ਬਹੁਤ ਵਡੇਰੀ ਉਮਰ ਹੋ ਗਈ ਹੈ, ਤੂੰ ਤਾਂ ਸਭ ਕੁਝ ਖਾ ਪੀ ਲਿਆ, ਹੰਢਾ ਲਿਆ, ਘੱਟ ਤੋਂ ਘੱਟ ਆਪਣੇ ਪੁੱਤਰ ਨੂੰ ਹੀ ਸਮਝਾ ਦੇ ਇਹ ਇਸਲਾਮ ਮਤ ਕਬੂਲ ਕਰ ਲਵੇ। ਇਹ ਤਾਂ ਅਜੇ ਨੌਜਵਾਨ ਹੈ, ਇਹਦੀ ਤਾਂ ਸਾਰੀ ਉਮਰ ਹੀ ਪਈ ਹੈ। ਤੂੰ ਆਪਣੇ ਪੁੱਤਰ ਨੂੰ ਸਮਝਾ ਵੀ ਬੇਟਾ ਤੂੰ ਇਸਲਾਮ ਮਤ ਕਬੂਲ ਕਰ ਲੈ, ਅਸੀਂ ਇਸ ਨੂੰ ਚਰਖੜੀ ਤੋਂ ਲਾ ਕੇ ਇਹਦਾ ਇਲਾਜ ਕਰਵਾ ਦੇਵਾਂਗੇ ਅਤੇ ਤੇਰੀ ਪੀੜ੍ਹੀ ਵੀ ਲਗਾਤਾਰ ਚੱਲਦੀ ਰਹੇਗੀ, ਤੇਰੀ ਇਸ ਦੁਨੀਆ ਦੇ ਵਿੱਚ ਕੋਈ ਨਿਸ਼ਾਨੀ ਰਹਿ ਜਾਵੇਗੀ। ਸਬੇਗ ਸਿੰਘ ਦਾ ਇੱਕ ਹੀ ਪੁੱਤਰ ਹੈ, ਸ਼ਾਹਬਾਜ਼ ਸਿੰਘ। ਜੇਕਰ ਸ਼ਾਹਬਾਜ਼ ਸਿੰਘ ਦੀ ਸ਼ਹਾਦਤ ਹੋ ਗਈ, ਇਹ ਖਤਮ ਹੋ ਗਿਆ, ਤੇਰੀ ਪੀੜ੍ਹੀ ਅੱਗੇ ਨਹੀਂ ਚੱਲਣੀ, ਕੋਈ ਨਿਸ਼ਾਨੀ ਨਹੀਂ ਰਹਿਣੀ ਦੁਨੀਆ ਦੇ ਵਿੱਚ। ਜਦੋਂ ਸਬੇਗ ਸਿੰਘ ਨੂੰ ਇਹ ਗੱਲਾਂ ਕਹੀਆਂ ਜਾਂਦੀਆਂ ਜਹੀਆ ਖਾਨ ਦੇ ਵੱਲੋਂ, ਉਸ ਸਮੇਂ ਸਬੇਗ ਸਿੰਘ ਜਵਾਬ ਦਿੰਦਾ ਹੈ ਜੋ ਰਤਨ ਸਿੰਘ ਭੰਗੂ ਨੇ ਆਪਣੇ ਪੰਥ ਪ੍ਰਕਾਸ਼ ਦੇ ਵਿੱਚ ਲਿਖਿਆ ਹੋਇਆ, ਹਮਰੇ ਕਾਰਨ ਗੁਰ ਕੁਲ ਗਵਾਈ। ਸਬੇਗ ਸਿੰਘ ਗੁਰੂ ਗੋਬਿੰਦ ਸਿੰਘ ਜੀ ਦਾ ਜ਼ਿਕਰ ਕਰਦਾ ਵੀ ਸਾਡੇ ਲਈ ਹਮਰੇ ਕਾਰਨ ਗੁਰ ਕੁਲ ਗਵਾਈ, ਗੁਰੂ ਗੋਬਿੰਦ ਸਿੰਘ ਜੀ ਨੇ ਚਾਰੇ ਸਾਹਿਬਜ਼ਾਦੇ ਸ਼ਹੀਦ ਕਰਵਾ ਲਏ ਸਾਡੀ ਖਾਤਰ। ਚਾਰ ਸਾਹਿਬਜ਼ਾਦਿਆਂ ਦੇ ਵਿੱਚੋਂ ਗੁਰੂ ਗੋਬਿੰਦ ਸਿੰਘ ਜੇ ਚਾਹੁੰਦੇ ਤਾਂ ਉਹਨਾਂ ਦੇ ਵਿੱਚੋਂ ਇੱਕ ਨੂੰ ਤਾਂ ਬਚਾ ਸਕਦੇ ਸਨ, ਵੀ ਤਾਂ ਕਿ ਅੱਗੇ ਪੀੜ੍ਹੀ ਚੱਲਦੀ ਰਹੇਗੀ, ਨਿਸ਼ਾਨੀ ਰਹੇਗੀ। ਜਦੋਂ ਚਮਕੌਰ ਦੀ ਜੰਗ ਹੁੰਦੀ ਹੈ, ਉਸ ਸਮੇਂ ਜੋ ਗੁਰਸਿੱਖ ਪਿਆਰੇ ਹਨ ਉਹ ਗੁਰੂ ਗੋਬਿੰਦ ਸਿੰਘ ਜੀ ਨੂੰ ਕਹਿੰਦੇ ਹੈ, ਜਦੋਂ ਜੁਝਾਰ ਸਿੰਘ ਨੂੰ ਤਿਆਰ ਕੀਤਾ ਜਾਂਦਾ ਹੈ ਜੰਗ ਦੇ ਲਈ, ਤੇ ਜੋ ਗੁਰਸਿੱਖ ਹਨ ਪੰਜ ਪਿਆਰਿਆਂ ਦੇ ਰੂਪ ਦੇ ਵਿੱਚ ਉਹ ਬੇਨਤੀ ਕਰਦੇ ਹੈ ਵੀ ਸੱਚੇ ਪਾਤਸ਼ਾਹ ਤੁਹਾਡੇ ਦੋ ਸਾਹਿਬਜ਼ਾਦੇ ਲਾਪਤਾ ਨੇ, ਪਤਾ ਨਹੀਂ ਕਿੱਧਰ ਚਲੇ ਗਏ ਹੈ, ਉਹਨਾਂ ਦਾ ਕੋਈ ਪਤਾ ਨਹੀਂ, ਉਹ ਜਿਉਂਦੇ ਹਨ ਜਾਂ ਸ਼ਹੀਦ ਹੋ ਗਏ ਹੈ। ਇੱਕ ਪੁੱਤਰ ਤੁਸੀਂ ਚਮਕੌਰ ਦੀ ਜੰਗ ਦੇ ਵਿੱਚ ਅਜੀਤ ਸਿੰਘ ਨੂੰ ਸਾਹਮਣੇ ਸ਼ਹੀਦ ਹੁੰਦਿਆਂ ਵੇਖ ਲਿਆ, ਸ਼ਹੀਦ ਕਰਵਾ ਲਿਆ, ਇੱਕ ਪੁੱਤਰ ਤੁਹਾਡੇ ਕੋਲ ਹੈ, ਤੁਸੀਂ ਇਸ ਨੂੰ ਜੰਗ ਦੇ ਵਿੱਚ ਨਾ ਤੋਰੋ, ਅਸੀਂ ਵਡੇਰੀ ਉਮਰ ਦੇ ਹਥਿਆਰ ਚਲਾਉਣ ਦੇ ਵਿੱਚ ਜ਼ਿਆਦਾ ਮਾਹਰ ਤੁਹਾਡੇ ਕੋਲ ਬੈਠੇ ਹਾਂ, ਸਾਨੂੰ ਜੰਗ ਦੇ ਵਿੱਚ ਤੋਰੋ। ਗੁਰੂ ਗੋਬਿੰਦ ਸਿੰਘ ਜੀ ਉੱਥੇ ਆਪਣੇ ਬੱਚੇ ਨੂੰ, ਸਾਹਿਬਜ਼ਾਦੇ ਨੂੰ ਬਚਾ ਸਕਦੇ ਸਨ। ਜਦੋਂ ਗੁਰੂ ਗੋਬਿੰਦ ਸਿੰਘ ਜੀ ਆਪ ਖੁਦ ਚਮਕੌਰ ਦੀ ਗੜੀ ਦੇ ਵਿੱਚੋਂ ਜਿਉਂਦੇ ਬਾਹਰ ਆ ਸਕਦੇ ਹੈ, ਨਾਲ ਦੋ ਗੁਰਸਿੱਖ ਭਾਈ ਮਾਨ ਸਿੰਘ ਤੇ ਭਾਈ ਦਇਆ ਸਿੰਘ ਇਹ ਬਾਹਰ ਆ ਸਕਦੇ ਹੈ, ਤੇ ਇੱਕ ਸਾਹਿਬਜ਼ਾਦੇ ਨੂੰ ਵੀ ਬਚਾ ਕੇ ਲਿਜਾ ਸਕਦੇ ਸਨ। ਸਬੇਗ ਸਿੰਘ ਕਹਿੰਦਾ ਸਾਡੇ ਗੁਰੂ ਨੇ ਸਾਡੀ ਖਾਤਰ ਆਪਣੀ ਕੁਲ ਕੁਰਬਾਨ ਕਰ ਦਿੱਤੀ ਹੈ, ਹਮਰੇ ਕਾਰਨ ਗੁਰ ਕੁਲ ਗਵਾਈ, ਹਮ ਕੁਲ ਰਾਖੇ ਕਬਨ ਵਡਾਈ। ਤੇ ਜੇਕਰ ਅਸੀਂ ਅੱਜ ਆਪਣੀ ਕੁਲ ਨੂੰ ਬਚਾਉਣ ਦੀ ਖਾਤਰ ਸਿੱਖੀ ਸਿਧਾਂਤਾਂ ਨੂੰ ਛੱਡ ਦਈਏ ਤੇ ਇਹ ਕੋਈ ਬਹੁਤੀ ਵੱਡੀ ਸਿਆਣਪ ਵਾਲੀ ਗੱਲ ਨਹੀਂ ਹੈ, ਇਹ ਕੋਈ ਸਿਆਣਪ ਨਹੀਂ ਹੋਵੇਗੀ। ਸਬੇਗ ਸਿੰਘ ਨੇ ਜਹੀਆ ਖਾਨ ਦੇ ਕਹਿਣ ਤੇ ਸ਼ਾਹਬਾਜ਼ ਸਿੰਘ ਨੂੰ ਇੱਕ ਵਾਰ ਵੀ ਨਹੀਂ ਕਹਿਆ ਵੀ ਤੂੰ ਸਿੱਖੀ ਸਿਧਾਂਤਾਂ ਨੂੰ ਛੱਡ ਕੇ ਇਸਲਾਮ ਮਤ ਕਬੂਲ ਕਰ ਲੈ। ਆਖਰ ਇਸ ਤਰੀਕੇ ਦੇ ਨਾਲ ਤਸੀਹੇ ਦਿੱਤੇ ਗਏ ਅਤੇ ਇਹ ਪਿਤਾ ਪੁੱਤਰ ਉਸ ਅਕਾਲ ਪੁਰਖ ਵਾਹਿਗੁਰੂ ਦੇ ਸ਼ੁਕਰਾਨੇ ਦੇ ਵਿੱਚ ਅਕਾਲ ਪੁਰਖ ਦੀ ਇਬਾਦਤ ਕਰਦੇ ਰਹੇ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ, ਨਹਿ ਨਿੰਦਿਆ ਨਹਿ ਉਸਤਤ ਜਾਕੈ, ਲੋਭ ਮੋਹ ਅਭਿਮਾਨਾ, ਹਰਖ ਸੋਗ ਤੇ ਰਹਿ ਨਿਆਰੋ, ਨਾਹੇ ਮਾਨ ਅਪਮਾਨਾ, ਆਸਾ ਮਨਸਾ ਸਗਲ ਤਿਆਗੈ, ਜਗ ਤੇ ਰਹਿ ਨਿਰਾਸਾ, ਕਾਮ ਕ੍ਰੋਧ ਜੇ ਪਰਸੈ ਨਾਹਣ ਤੇ ਘਟ, ਬ੍ਰਹਮ ਨਿਵਾਸਾ ਗੁਰ ਕਿਰਪਾ ਜਿਹ ਨਰਕੋ ਕੀਨੀ, ਤੇ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ,
ज्यों पानी संग पानी सेवक की ओढ़क निभही प्रीत। आखर अकाल अकाल जपदे रहे, अकाल अकाल दी आवाज़ मध्यम हुंदी गई ਅਤੇ ਇਹ ਦੋਵੇਂ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਜਾ ਵਿਰਾਜੇ। ਸਰੀਰ ਇਹਨਾਂ ਦੇ ਚਰਖੜੀਆਂ ਦੇ ਉੱਪਰ ਟੰਗੇ ਪਏ ਹੈ। ਇਹ ਘਟਨਾ 1746 ਈਸਵੀ ਦੀ ਹੈ। 1746 ਈਸਵੀ ਦੇ ਵਿੱਚ ਇਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਇਸ ਸਮੇਂ ਦੇ ਦੌਰਾਨ ਹੀ ਦੂਸਰੇ ਪਾਸੇ ਨਵਾਬ ਕਪੂਰ ਸਿੰਘ ਅਤੇ ਹੋਰ ਗੁਰਸਿੱਖਾਂ ਨੇ ਸਰਬੱਤ ਖਾਲਸਾ ਕੀਤਾ। ਇਸ ਸਰਬੱਤ ਖਾਲਸੇ ਦੇ ਵਿੱਚ ਦੁਬਾਰੇ ਫਿਰ ਜਥੇ ਬਣਾਏ ਗਏ। 30 ਜਥੇ ਬਣਾਏ ਗਏ 100 ਸਿੱਖਾਂ ਦੇ। ਪਹਿਲਾਂ ਵੀ ਆਪਾਂ ਜ਼ਿਕਰ ਕਰ ਆਏ ਹਾਂ ਵੀ ਦਰਬਾਰਾ ਸਿੰਘ ਤੇ ਨਵਾਬ ਕਪੂਰ ਸਿੰਘ ਨੇ ਜਥੇ ਬਣਾਏ ਸਨ। ਬੁੱਢਾ ਦਲ, ਤਰਨਾ ਦਲ, ਅੱਗੇ ਉਹਨਾਂ ਦੇ 5 ਜਥੇ। ਪਰ ਹੁਣ ਦੁਬਾਰੇ ਫਿਰ ਜਥੇ ਬਣਾਏ ਗਏ। ਇਹ 30 ਜਥੇ ਬਣਾਏ ਗਏ। 100 ਗੁਰਸਿੱਖ ਇੱਕ ਜਥੇ ਦੇ ਵਿੱਚ ਹੈ। ਤੇ ਉਸ ਸਮੇਂ ਇਹਨਾਂ ਜਥਿਆਂ ਦੇ ਮੁਖੀ ਬਣਾਏ ਗਏ। ਉਹਨਾਂ ਦੇ ਵਿੱਚੋਂ ਕੁਝ ਦਾ ਨਾਮ ਮੈਂ ਤੁਹਾਡੇ ਨਾਲ ਸਾਂਝਾ ਕਰਦਾ। ਜੱਸਾ ਸਿੰਘ ਆਲੂਵਾਲੀਆ, ਜੱਸਾ ਸਿੰਘ ਰਾਮਗੜੀਆ, ਬਘੇਲ ਸਿੰਘ, ਕਰਮ ਸਿੰਘ, ਧਰਮ ਸਿੰਘ, ਇਹ ਜਥਿਆਂ ਦੇ ਮੁਖੀ ਬਣਾਏ ਗਏ। ਇਹ ਜਥੇ ਬਣ ਚੁੱਕੇ ਆ। 1746 ਈਸਵੀ ਦੇ ਵਿੱਚ ਸਰਬੱਤ ਖਾਲਸਾ ਹੋਇਆ ਤੇ ਇੱਧਰ ਲਾਹੌਰ ਵਾਲੇ ਪਾਸੇ ਇਸ ਤਰੀਕੇ ਦੇ ਨਾਲ ਸਿੱਖ ਸ਼ਹੀਦ ਕੀਤੇ ਜਾ ਰਹੇ ਹਨ। ਇਸ ਸਮੇਂ ਦੇ ਦੌਰਾਨ ਇੱਕ ਹੋਰ ਘਟਨਾ ਘਟਦੀ ਹੈ ਜਿਸ ਦਾ ਆਪਾਂ ਜ਼ਿਕਰ ਕਰਨਾ ਰਹਿੰਦੇ ਸਮੇਂ ਦੇ ਦੌਰਾਨ। ਇਹ ਜਥੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਹਰਗੋਬਿੰਦਪੁਰਾ ਇੱਕ ਨਗਰ ਹੈ। ਪਹਿਲਾਂ ਵੀ ਇਹਦਾ ਜ਼ਿਕਰ ਆ ਚੁੱਕਿਆ ਹੈ ਇਤਿਹਾਸ ਦੇ ਵਿੱਚ। ਗੁਰੂ ਅਰਜਨ ਸਾਹਿਬ ਜੀ ਨੇ ਇਹ ਨਗਰ ਵਸਾਇਆ ਸੀ। ਗੁਰੂ ਹਰਗੋਬਿੰਦ ਸਾਹਿਬ ਨੇ ਇਸੇ ਪਿੰਡ ਦੇ ਵਿੱਚ ਇੱਕ ਜੰਗ ਕੀਤੀ ਸੀ, ਹਰਗੋਬਿੰਦਪੁਰੇ ਦੀ ਜੰਗ। ਤੇ ਇੱਥੇ ਹੀ ਭਾਈ ਗੋਪਾਲੇ ਤੋਂ ਜਪਜੀ ਸਾਹਿਬ ਦਾ ਪਾਠ ਸੁਣਿਆ ਸੀ। ਹਰਗੋਬਿੰਦਪੁਰਾ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਹੈ। ਇੱਥੇ ਹੀ 2 ਹੋਰ ਨਗਰ ਹਨ, ਬਦੋਕੀ ਅਤੇ ਗੁਰਾਇਆ। ਇਹਨਾਂ ਨਗਰਾਂ ਦੇ ਵਿੱਚ ਉਸ ਸਮੇਂ ਤਾਂ ਇਹ ਜੰਗਲ ਸੀ ਇਲਾਕਾ ਸਾਰਾ। ਇੱਥੇ ਸਿੱਖ ਰੁਕੇ ਹਨ ਕੁਝ ਸਮੇਂ ਦੇ ਲਈ। ਸਿੱਖ ਅੱਗੇ ਜਾ ਰਹੇ ਹੈ ਐਮਨਾਬਾਦ ਜੋ ਗੁਰਦੁਆਰਾ ਰੋੜੀ ਸਾਹਿਬ, ਉੱਥੇ ਦਰਸ਼ਨ ਕਰਨ ਦੇ ਲਈ। ਐਮਨਾਬਾਦ ਦੇ ਨਾਲ ਇਤਿਹਾਸ ਗੁਰੂ ਨਾਨਕ ਸਾਹਿਬ ਦਾ ਜੁੜਿਆ। ਗੁਰੂ ਨਾਨਕ ਸਾਹਿਬ ਨੇ ਭਾਈ ਲਾਲੋ ਦੇ ਘਰੇ ਪ੍ਰਸ਼ਾਦਾ ਛਕਿਆ, ਕੋਦਰੇ ਦੀ ਰੋਟੀ। ਇਹ ਇਸੇ ਐਮਨਾਬਾਦ ਦੇ ਵਿੱਚ ਹੈ। ਇਹ ਇਤਿਹਾਸਕ ਅਸਥਾਨ ਦੇ ਦਰਸ਼ਨ ਕਰਨ ਦੇ ਲਈ ਸਿੱਖਾਂ ਦਾ ਜਥਾ ਜਾ ਰਿਹਾ ਹੈ। ਉਹ ਸਿੱਖ ਜੋ ਬਦੋਕੀ ਗੁਰਾਇਆ ਗੁਰਦਾਸਪੁਰ ਦੇ ਵਿੱਚ ਹੈ, ਇੱਥੇ ਜੋ ਜੰਗਲ ਹੈ ਇਹਦੇ ਵਿੱਚ ਉਹਨਾਂ ਨੇ ਟਿਕਾਣਾ ਕੀਤਾ ਕੁਝ ਸਮੇਂ ਦੇ ਲਈ ਵੀ ਇੱਥੇ ਪ੍ਰਸ਼ਾਦਾ ਪਾਣੀ ਤਿਆਰ ਕੀਤਾ ਜਾਵੇ ਤੇ ਛਕ ਕੇ ਕੁਝ ਸਮਾਂ ਆਰਾਮ ਕਰਕੇ ਅੱਗੇ ਸਫ਼ਰ ਕਰਾਂਗੇ। ਹੁਣ ਇਸ ਇਲਾਕੇ ਦਾ ਜੋ ਮੁਖੀ ਹੈ ਜਸਪਤ ਰਾਏ। ਇਹ ਜਸਪਤ ਰਾਏ ਲਖਪਤ ਰਾਏ ਦਾ ਛੋਟਾ ਭਰਾ ਹੈ। ਲਖਪਤ ਰਾਏ ਤੇ ਜਸਪਤ ਰਾਏ ਹਿੰਦੂ ਹਨ, ਧਰਮ ਕਰਕੇ ਸਨਾਤਨ ਮਤ ਨੂੰ ਮੰਨਣ ਵਾਲੇ ਹਨ ਤੇ ਕਲਾਨੌਰ ਦੇ ਰਹਿਣ ਵਾਲੇ ਹਨ। ਲਖਪਤ ਰਾਏ ਜ਼ਕਰੀਆ ਖਾਨ ਦਾ ਵਜ਼ੀਰ ਰਿਹਾ, ਹੁਣ ਜਹੀਆ ਖਾਨ ਦਾ ਵਜ਼ੀਰ ਹੈ। ਤੇ ਜਸਪਤ ਰਾਏ ਇਹਦਾ ਛੋਟਾ ਭਰਾ ਹੈ। ਇਹ ਬਦੋਕੀ ਗੁਰਾਇਆ ਇਸ ਇਲਾਕੇ ਦਾ ਮੁਖੀ ਹੈ ਉਸ ਸਮੇਂ ਜਦੋਂ ਸਿੱਖ ਇੱਥੇ ਆ ਕੇ ਟਿਕਾਣਾ ਕਰ ਰਹੇ ਹੈ। ਜਸਪਤ ਰਾਏ ਨੂੰ ਜਦੋਂ ਪਤਾ ਚੱਲਿਆ ਨਾ ਸਿੱਖ ਮੇਰੇ ਇਲਾਕੇ ਦੇ ਵਿੱਚ ਆ ਕੇ ਜੰਗਲ ਦੇ ਵਿੱਚ ਟਿਕਾਣਾ ਕਰਕੇ ਬੈਠ ਗਏ ਹੈ, ਜਸਪਤ ਰਾਏ ਨੇ ਆਪਣੇ ਵੱਲੋਂ ਆਪਣੇ ਸਿਪਾਹੀ ਭੇਜੇ। ਮੁਖੀ ਤਾਂ ਹੈ ਉਸ ਇਲਾਕੇ ਦਾ। ਇਹਨੇ ਆਪਣੇ ਕੁਝ ਸਿਪਾਹੀ ਭੇਜੇ ਸਿੱਖਾਂ ਦੇ ਕੋਲ
ਤੇ ਇਹ ਗੱਲ ਕਹੀ ਉਹਨਾਂ ਨੇ ਸਿੱਖਾਂ ਨੂੰ ਆ ਕੇ ਵੀ ਤੁਸੀਂ ਸਾਡੇ ਇਲਾਕੇ ਦੇ ਵਿੱਚੋਂ ਬਾਹਰ ਚਲੇ ਜਾਵੋ। ਸਾਡੇ ਮੁਖੀ ਦਾ, ਸਾਡੇ ਹਾਕਮ ਦਾ ਇਹ ਐਲਾਨ ਹੈ, ਹੁਕਮ ਹੈ ਤੁਹਾਨੂੰ ਵੀ ਸਾਡੇ ਇਲਾਕੇ ਦੇ ਵਿੱਚੋਂ ਬਾਹਰ ਹੋ ਜਾਵੋ। ਉਸ ਸਮੇਂ ਸਿੱਖਾਂ ਨੇ ਕਿਹਾ ਵੀ ਅਸੀਂ ਇੱਥੇ ਕੋਈ ਕਬਜ਼ਾ ਕਰਨ ਲਈ ਨਹੀਂ ਬੈਠੇ, ਅਸੀਂ ਅੱਗੇ ਦਰਸ਼ਨ ਕਰਨ ਜਾ ਰਹੇ ਹਾਂ ਐਮਨਾਬਾਦ ਵਿਖੇ। ਅਸੀਂ ਲੰਬੇਰਾ ਸਫ਼ਰ ਕੀਤਾ, ਪ੍ਰਸ਼ਾਦਾ ਪਾਣੀ ਛਕਣਾ, ਇੱਥੇ ਤਿਆਰ ਕਰਕੇ ਕੁਝ ਸਮਾਂ ਆਰਾਮ ਕਰਾਂਗੇ, ਅਸੀਂ ਚਲੇ ਜਾਣਾ। ਅਸੀਂ ਇੱਥੇ ਕੋਈ ਕਬਜ਼ਾ ਥੋੜ੍ਹੀ ਕਰਨ ਲੱਗੇ ਹਾਂ। ਸਿੱਖਾਂ ਨੇ ਇਸ ਤਰ੍ਹਾਂ ਜਵਾਬ ਦਿੱਤਾ। ਆਖਰ ਉਸ ਸਮੇਂ ਪ੍ਰਸ਼ਾਦਾ ਪਾਣੀ ਤਿਆਰ ਵੀ ਹੋ ਰਿਹਾ, ਸਿੱਖ ਜੰਗਲ ਦੇ ਵਿੱਚ ਪ੍ਰਸ਼ਾਦਾ ਪਾਣੀ ਤਿਆਰ ਕਰ ਰਹੇ ਹੈ। ਜਦੋਂ ਸਿੱਖਾਂ ਨੇ ਇਸ ਤਰ੍ਹਾਂ ਦਾ ਜਵਾਬ ਦਿੱਤਾ, ਉਹ ਜਿਹੜੇ ਬੰਦੇ ਭੇਜੇ ਸਨ ਸਿੱਖਾਂ ਨੂੰ ਭੇਜਣ ਦੇ ਲਈ ਵੀ ਜਾ ਕੇ ਕਹੋ, ਉਹਨਾਂ ਨੇ ਜਸਪਤ ਰਾਏ ਨੂੰ ਜਾ ਕੇ ਦੱਸਿਆ ਵੀ ਉਹਨਾਂ ਦਾ ਇਹ ਜਵਾਬ ਹੈ ਵੀ ਅਸੀਂ ਪ੍ਰਸ਼ਾਦਾ ਪਾਣੀ ਛਕ ਲਈਏ, ਕੁਝ ਸਮਾਂ ਆਰਾਮ ਕਰ ਲਈਏ, ਅਸੀਂ ਆਪੇ ਹੀ ਚਲੇ ਜਾਣਾ ਤੇ ਅਸੀਂ ਇੱਥੇ ਕੋਈ ਇਲਾਕੇ 'ਤੇ ਕਬਜ਼ਾ ਥੋੜ੍ਹੀ ਕਰਨ ਚੱਲੇ ਹੈਗੇ। ਤੇ ਉਹਨਾਂ ਬੰਦਿਆਂ ਨੇ ਕਿਹਾ ਵੀ ਉਹ ਨਹੀਂ ਜਾ ਰਹੇ, ਉਹ ਆਪਣਾ ਕੰਮ ਕਰਕੇ ਪ੍ਰਸ਼ਾਦਾ ਪਾਣੀ ਛਕ ਕੇ ਆਰਾਮ ਕਰਕੇ ਹੀ ਜਾਣਗੇ। ਜਸਪਤ ਰਾਏ ਦੇ ਮਨ ਵਿੱਚ ਹੰਕਾਰ ਹੈ ਵੀ ਮੈਂ ਹਾਕਮ ਇਲਾਕੇ ਦਾ, ਮੇਰੀ ਇਜਾਜ਼ਤ ਤੋਂ ਬਗੈਰ ਸਿੱਖ ਇੱਥੇ ਕਿਵੇਂ ਬੈਠ ਸਕਦੇ ਆ। ਜਸਪਤ ਰਾਏ ਆਪਣੀ ਫੌਜ ਲੈ ਕੇ ਸਿੱਖਾਂ ਦੇ ਨਾਲ ਜੰਗ ਕਰਨ ਆਇਆ। ਇਸ ਜੰਗਲ ਦੇ ਵਿੱਚ ਇੱਕ ਜੰਗ ਹੋਈ। ਇਸ ਜੰਗ ਦੇ ਦੌਰਾਨ ਇੱਕ ਨਿਭਾਹੂ ਸਿੰਘ ਨਾਮ ਦਾ ਸਿੱਖ ਹੈ, ਇੱਕ ਸਿੱਖ ਦਾ ਨਾਮ ਹੈ ਨਿਭਾਹੂ ਸਿੰਘ, ਉਹ ਬੜਾ ਫਰਤੀਲਾ ਹੈ। ਜੰਗ ਦੇ ਦੌਰਾਨ ਉਸ ਨੇ ਕੀ ਕੀਤਾ, ਜਿਹੜੇ ਹਾਥੀ ਤੇ ਜਸਪਤ ਰਾਏ ਸਵਾਰ ਹੋ ਕੇ ਆਇਆ, ਉਸ ਹਾਥੀ ਦੇ ਮਗਰ ਦੀ ਹੋ ਕੇ ਪੂਛ ਪਕੜ ਕੇ ਹਾਥੀ ਦੇ ਉੱਪਰ ਚੜ੍ਹ ਗਿਆ ਤੇ ਜਸਪਤ ਰਾਏ ਦਾ ਸਿਰ ਵੱਢ ਲਿਆ ਉਸ ਨੇ। ਜਦੋਂ ਜਸਪਤ ਰਾਏ ਮਾਰਿਆ ਗਿਆ ਇਸ ਜੰਗ ਦੇ ਵਿੱਚ, ਜੋ ਨਾਲ ਦੀ ਫੌਜ ਸੀ ਉਹ ਦੌੜ ਗਈ ਨਾਲ ਦੀ ਨਾਲ। ਜਦੋਂ ਮੁਖੀ ਹੀ ਮਾਰਿਆ ਗਿਆ, ਫੌਜ ਦੇ ਹੌਸਲੇ ਖਤਮ ਹੋ ਗਏ, ਉਹ ਦੌੜ ਗਏ ਸਿਪਾਹੀ ਜਿੰਨੇ ਆਏ ਸੀ ਨਾਲ। ਹੁਣ ਜਸਪਤ ਰਾਏ ਦਾ ਜਿਹੜਾ ਸਿਰ ਹੈ ਉਹ ਸਿੱਖਾਂ ਦੇ ਕੋਲ ਹੈ। ਇੱਕ ਮੈਂ ਇਹ ਵੀ ਬੇਨਤੀ ਕਰ ਦੇਵਾਂ, ਕੁਝ ਇਤਿਹਾਸ ਦੇ ਵਿੱਚ ਸਿਰ ਹਨ ਜਿਨ੍ਹਾਂ ਦਾ ਇਤਿਹਾਸ ਬੜਾ ਹੀ ਬਾਕਮਾਲ ਦਾ ਹੈ। ਕੁਝ ਸਿਰਾਂ ਦੀ ਗੱਲ ਸਿੱਖ ਇਤਿਹਾਸ ਦੇ ਵਿੱਚ ਬਹੁਤ ਜ਼ਿਆਦਾ ਪ੍ਰਚਲਿਤ ਹੈ। ਪਰ ਸਭ ਤੋਂ ਪਹਿਲਾਂ ਔਰੰਗਜ਼ੇਬ ਨੇ ਇਹ ਐਲਾਨ ਕੀਤਾ ਸੀ, ਜਦੋਂ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ, ਉਹਦੇ ਸਰੀਰ ਦੇ 4 ਟੁਕੜੇ ਕਰਕੇ, 4 ਹਿੱਸੇ ਕਰਕੇ ਦਿੱਲੀ ਦੇ ਚਾਰੇ ਦਰਵਾਜ਼ਿਆਂ 'ਤੇ ਲਮਕਾਏ ਜਾਣਗੇ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਹਕੂਮਤ ਦਾ ਕੋਈ ਵਿਰੋਧ ਨਾ ਕਰੇ, ਲੋਕਾਂ ਦੇ ਮਨਾਂ ਦੇ ਵਿੱਚ ਡਰ ਪੈਦਾ ਹੋ ਜਾਵੇ। ਲੇਕਿਨ ਔਰੰਗਜ਼ੇਬ ਦਾ ਜੋ ਇਸ ਤਰ੍ਹਾਂ ਦਾ ਹੁਕਮ ਸੀ ਵੀ 4 ਹਿੱਸੇ ਕਰਕੇ ਚਾਰੇ ਗੇਟਾਂ 'ਤੇ ਗੁਰੂ ਤੇਗ ਬਹਾਦਰ ਜੀ ਦਾ ਜੋ ਸਰੀਰ ਹੈ ਉਹ ਲਮਕਾ ਦਿੱਤਾ ਜਾਵੇ, ਇਹ ਜੋ ਹੁਕਮ ਕੀਤਾ ਗਿਆ ਸੀ ਇਹਦੇ ਵਿੱਚ ਕਾਮਯਾਬ ਨਹੀਂ ਹੋਣ ਦਿੱਤਾ ਗਿਆ ਉਸ ਨੂੰ, ਕਿਉਂਕਿ ਸਿੱਖਾਂ ਨੇ ਸ਼ੀਸ਼ ਵੀ ਚੁੱਕ ਲਿਆ ਸੀ ਤੇ ਧੜ ਦਾ ਵੀ ਸੰਸਕਾਰ ਕਰ ਦਿੱਤਾ ਸੀ ਲੱਖੀ ਸ਼ਾਹ ਵਣਜਾਰੇ ਨੇ। ਇੱਕ ਸਿਰ ਦਾ ਇਤਿਹਾਸ ਇਹ ਹੈ ਵੀ ਮੱਸਾ ਰੰਗੜ ਦਾ ਸਿਰ ਵੱਢ ਕੇ ਸਿੱਖ ਬੀਕਾਨੇਰ ਵਿਖੇ ਲੈ ਗਏ, ਉੱਥੇ ਖਿੱਦੋ ਖੁੰਡੀ ਖੇਡੀ ਗਈ, ਆਪਣੇ ਵੱਲੋਂ ਇੱਕ ਖੇਡ ਖੇਡੀ ਗਈ। ਇੱਕ ਸਿਰ ਦਾ ਇਤਿਹਾਸ ਇਹ ਹੈ ਵੀ ਬਾਬਾ ਦੀਪ ਸਿੰਘ, ਅੱਗੇ ਜਾ ਕੇ 1753 ਦੀ ਘਟਨਾ ਆਪਾਂ ਵਿਚਾਰਾਂਗੇ, ਉਹਨਾਂ ਨੇ ਵੀ ਬੜੀ ਬਹਾਦਰੀ ਦੇ ਨਾਲ ਜੰਗ ਕੀਤੀ ਹੈ, ਜੋ ਕਿ ਸਿਰ ਦੇ ਉੱਪਰ ਬਹੁਤ ਜ਼ਿਆਦਾ ਫੱਟ ਲੱਗਣ ਦੇ ਬਾਵਜੂਦ। ਤੇ ਇੱਕ ਇਤਿਹਾਸ ਇਹ ਵੀ ਹੈ ਵੀ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ ਗਏ। ਦੁਨੀਆ ਦੇ ਵਿੱਚ ਕਿਸੇ ਵੀ ਕੌਮ ਦਾ ਇਤਿਹਾਸ ਪੜ੍ਹ ਲਵੋ, ਯਹੂਦੀਆਂ ਦੇ ਵਿੱਚ ਸਾਡੇ ਨਾਲੋਂ ਜ਼ਿਆਦਾ ਸ਼ਹੀਦ ਨੇ, ਪਰ ਸਿਰਾਂ ਦੇ ਮੁੱਲ ਉਹਨਾਂ ਦੇ ਵੀ ਨਹੀਂ ਪਾਏ ਗਏ। ਸਿਰਾਂ ਦਾ ਮੁੱਲ ਜੇਕਰ ਪਿਆ ਸਾਰੇ ਮਤਾਂ ਦੇ ਇਤਿਹਾਸ ਦੇ ਵਿੱਚੋਂ ਸਿੱਖ ਮਤ ਦੇ ਲੋਕਾਂ ਦਾ ਪਿਆ, ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ ਗਏ।
ਹੁਣ ਇਹ ਸਿਰ ਹੈ ਜਿਹੜਾ ਜਸਪਤ ਰਾਏ ਦਾ ਸਿੱਖਾਂ ਦੇ ਕੋਲ ਹੈ। ਸਿੱਖ ਇੱਥੋਂ ਚਲੇ ਗਏ ਹੈ। ਬਾਅਦ ਦੇ ਵਿੱਚ ਇੱਕ ਇੱਥੋਂ ਦਾ ਰਹਿਣ ਵਾਲਾ ਕਿਰਪਾ ਰਾਮ ਉਹ ਸਿੱਖਾਂ ਦੇ ਕੋਲ ਆ ਕੇ ਮੰਗ ਕਰਦਾ ਵੀ ਤੁਸੀਂ ਸਾਨੂੰ ਜਸਪਤ ਰਾਏ ਦਾ ਸਿਰ ਵਾਪਸ ਕਰੋ। ਸਿੱਖ ਕਹਿੰਦੇ ਅਸੀਂ ਜਸਪਤ ਰਾਏ ਦਾ ਸਿਰ ਇਸ ਤਰ੍ਹਾਂ ਵਾਪਸ ਨਹੀਂ ਕਰਾਂਗੇ ਜਿਵੇਂ ਤੁਸੀਂ ਮੰਗਣ ਆ ਗਏ ਹੋ। ਜਿਵੇਂ ਤੁਸੀਂ ਸਿੱਖਾਂ ਦੇ ਸਿਰਾਂ ਦਾ ਮੁੱਲ ਪਾਇਆ ਨਾ, ਅਸੀਂ ਤਾਂ ਮੁੱਲ ਪਾਵਾਂਗੇ, ਅਸੀਂ ਮੁੱਲ ਪਾਵਾਂਗੇ। ਤੁਸੀਂ ਕੀਮਤ ਅਦਾ ਕਰਿਓ, ਸਿਰ ਲੈ ਜਾਵੋ। ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ ਗਏ ਸੀ 80 ਰੁਪਈਏ। ਜੇਕਰ ਕੋਈ ਕਤਲ ਕਰਕੇ ਸਿੱਖ ਦਾ ਸਿਰ ਵੱਢ ਕੇ ਲੈ ਕੇ ਆਵੇਗਾ ਦਰਬਾਰ ਦੇ ਵਿੱਚ, ਉਹਨੂੰ 80 ਰੁਪਈਏ ਦਿੱਤੇ ਜਾਣਗੇ। ਜੇ ਕੋਈ ਸਿੱਖ ਨੂੰ ਗ੍ਰਿਫਤਾਰ ਕਰਵਾਵੇਗਾ ਉਹਨੂੰ 50 ਰੁਪਏ, ਜੇ ਕੋਈ ਸਿੱਖ ਦੀ 10 ਪਾਵੇਗਾ ਉਹਨੂੰ 10 ਰੁਪਈਏ। ਤੇ ਕਿਰਪਾ ਰਾਮ ਨੇ ਉਸ ਸਮੇਂ ਮੰਨਿਆ ਵੀ ਤੁਸੀਂ ਮੁੱਲ ਪਾਓ, ਜਸਪਤ ਰਾਏ ਦਾ ਜੋ ਸਿਰ ਹੈ ਉਹਦਾ ਮੁੱਲ ਪਾਵੋ, ਅਸੀਂ ਕੀਮਤ ਅਦਾ ਕਰਾਂਗੇ। ਸਿੱਖਾਂ ਨੇ ਉਸ ਸਮੇਂ ਜਸਪਤ ਰਾਏ ਦੇ ਸਿਰ ਦਾ ਮੁੱਲ 500 ਰੁਪਈਆ ਰੱਖਿਆ ਵੀ 500 ਰੁਪਈਆ ਦੇ ਜਾਵੋ ਤੇ ਸਿਰ ਲੈ ਜਾਵੋ। ਕਿਰਪਾ ਰਾਮ ਨੇ 500 ਰੁਪਈਆ ਸਿੱਖਾਂ ਨੂੰ ਦਿੱਤਾ ਸਿਰ ਦੇ ਬਦਲੇ। ਫਿਰ ਉਹਨੇ ਆਪਣੇ ਇਲਾਕੇ ਦੇ ਵਿੱਚ ਜਾ ਕੇ ਉਹਦਾ ਸੰਸਕਾਰ ਕੀਤਾ ਕਿਰਪਾ ਰਾਮ ਨੇ। ਫਿਰ ਉਹਦੀ ਜਗ੍ਹਾ ਤੇ ਕੋਈ ਸਮਾਧ ਬਣਾਈ ਗਈ। ਜਦੋਂ ਲਖਪਤ ਰਾਏ ਨੂੰ ਇਹ ਪਤਾ ਚੱਲਦਾ ਹੈ ਵੀ ਮੇਰੇ ਛੋਟੇ ਭਰਾ ਦਾ ਸਿਰ ਵੱਢ ਲਿਆ ਸਿੱਖਾਂ ਨੇ ਤੇ ਉਹਦਾ ਮੁੱਲ ਪਾਇਆ ਹੈਗਾ, ਲਖਪਤ ਰਾਏ ਜਹੀਆ ਖਾਨ ਦੇ ਦਰਬਾਰ ਦੇ ਵਿੱਚ ਆਪਣੀ ਪੱਗ ਲਾ ਕੇ ਰੱਖ ਦਿੰਦਾ ਉਹਦੇ ਪੈਰਾਂ ਦੇ ਵਿੱਚ, ਤੇ ਇੱਕ ਆਪਣੇ ਵੱਲੋਂ ਵਾਅਦਾ ਕਰਦਾ ਵੀ ਜਦੋਂ ਤੱਕ ਸਿੱਖ ਖਤਮ ਨਹੀਂ ਹੋ ਜਾਂਦੇ ਉਦੋਂ ਤੱਕ ਮੈਂ ਪੱਗ ਆਪਣੇ ਸਿਰ ਤੇ ਨਹੀਂ ਰੱਖਾਂਗਾ। ਹੈ ਇਹ ਹਿੰਦੂ ਵੀਰ, ਸਨਾਤਨ ਮਤ ਨੂੰ ਮੰਨਣ ਵਾਲਾ, ਲੇਕਿਨ ਉਦੋਂ ਇਹ ਲੋਕ ਵੀ ਪੱਗ ਬੰਨ੍ਹਦੇ ਹੁੰਦੇ ਸਨ। ਜੋ ਹਿੰਦੂ ਵੀਰ ਹੈ ਸਨਾਤਨ ਮਤ ਵਾਲੇ, ਇਹ ਵੀ ਪੱਗ ਬੰਨਿਆ ਕਰਦੇ ਸਨ। ਇਸੇ ਕਰਕੇ ਹੀ ਇਹ ਪੱਗ ਲਾ ਕੇ ਰੱਖ ਰਹੇ ਹੈ ਨਾ, ਜੇ ਬੰਨੀ ਹੋਈ ਹੈ ਇਹ ਹਿੰਦੂ ਵੀਰ। ਸਾਰੇ ਮਤਾਂ ਦੇ ਵਿੱਚ ਸਾਰੇ ਲੋਕ ਚੰਗੇ ਨਹੀਂ ਹੁੰਦੇ ਤੇ ਮਾੜੇ ਨਹੀਂ ਹੁੰਦੇ, ਕੁਝ ਚੰਗੇ ਹੁੰਦੇ ਆ, ਕੁਝ ਮਾੜੇ ਹੁੰਦੇ ਆ। ਹੁਣ ਇਹ ਹੈ ਹਿੰਦੂ ਵੀਰ, ਲੇਕਿਨ ਸਿੱਖਾਂ ਦਾ ਬਹੁਤ ਜ਼ਿਆਦਾ ਵਿਰੋਧੀ ਹੈ। ਇੱਕ ਭਾਈ ਨੱਥਾ ਸਿੰਘ ਸੀ ਜੋ ਹਿੰਦੂ ਵੀਰ ਸੀ, ਉਹਦਾ ਨਾਮ ਨੱਥਾ ਸੀ, ਜਿਸ ਨੂੰ ਮਹਿਤਾਬ ਸਿੰਘ ਆਪਣਾ ਪੁੱਤਰ ਸੌਂਪ ਕੇ ਆਇਆ ਸੀ ਵੀ ਮੇਰੇ ਪੁੱਤਰ ਦੀ ਪਾਲਣਾ ਪੋਸ਼ਣਾ ਕਰਨੀ ਹੈ, ਜ਼ਿੰਮੇਵਾਰੀ ਨਿਭਾਉਣੀ ਹੈ। ਤੇ ਉਹ ਨੱਥਾ ਇੰਨਾ ਵਧੀਆ ਇਨਸਾਨ ਸੀ ਵੀ ਉਹਨੇ ਆਪਣਾ ਆਪ ਤੱਕ ਕੁਰਬਾਨ ਕਰ ਦਿੱਤਾ, ਪਰ ਮਹਿਤਾਬ ਸਿੰਘ ਦਾ ਪੁੱਤਰ ਹਕੂਮਤ ਨੂੰ ਨਹੀਂ ਦਿੱਤਾ। ਉਹ ਵੀ ਹਿੰਦੂ ਵੀਰ ਹੈ। ਸੁਭਾਅ ਦੇ ਵਿੱਚ ਕਿੰਨਾ ਅੰਤਰ ਹੈ, ਦੋਵੇਂ ਇੱਕ ਮਤ ਨੂੰ ਮੰਨਣ ਵਾਲੇ ਹੈ। ਇਹ ਹਿੰਦੂ ਵੀਰ ਨੇ, ਲੇਕਿਨ ਹੈ ਸਿੱਖਾਂ ਦੇ ਬਹੁਤ ਜ਼ਿਆਦਾ ਵਿਰੋਧੀ। ਇਹਨੇ ਪੱਗ ਲਾ ਕੇ ਰੱਖ ਦਿੱਤੀ, ਉਦੋਂ ਤੱਕ ਮੈਂ ਨਹੀਂ ਬੰਨਾਂਗਾ ਜਦੋਂ ਤੱਕ ਸਿੱਖ ਖਤਮ ਨਹੀਂ ਹੋਣਗੇ। ਇੱਕ ਮੈਂ ਇਹ ਵੀ ਜ਼ਿਕਰ ਕਰ ਦੇਵਾਂ, ਇਹ ਲਖਪਤ ਰਾਏ ਦੀ ਮਦਦ ਬਹੁਤ ਕੀਤੀ ਹੈ ਸਿੱਖਾਂ ਨੇ। ਇਹ ਬਹੁਤ ਜ਼ਿਆਦਾ ਗਰੀਬ ਪਰਿਵਾਰ ਦੇ ਵਿੱਚੋਂ ਸੀ, ਇੱਕ ਅਨਾਥ ਦੀ ਤਰ੍ਹਾਂ ਹੀ ਸੀ। ਸਿੱਖ ਇਹਦੀ ਮਦਦ ਕਰਦੇ ਰਹੇ। ਇਹ ਲਖਪਤ ਰਾਏ ਨੇ ਇੱਕ ਮਾਨਕੂ ਪਿੰਡ ਦੇ ਵਿੱਚ ਗੁਰਦੁਆਰਾ ਵੀ ਬਣਾਇਆ ਸੀ। ਉਦੋਂ ਇਹ ਸਿੱਖਾਂ ਦਾ ਹਤੈਸੀ ਸੀ। ਜਦੋਂ ਇਹਨੂੰ ਦਰਬਾਰ ਦੇ ਵਿੱਚ ਵਜ਼ੀਰੀ ਮਿਲ ਗਈ, ਅਹੁਦਾ ਮਿਲ ਗਿਆ, ਉਸ ਤੋਂ ਬਾਅਦ ਇਹ ਦਿਨੋਂ ਦਿਨ ਸਿੱਖਾਂ ਦਾ ਵਿਰੋਧੀ ਹੁੰਦਾ ਗਿਆ ਤੇ ਅੱਜ ਇਹ ਪੂਰਨ ਤੌਰ ਤੇ ਵਿਰੋਧੀ ਹੋ ਗਿਆ, ਕਿਉਂਕਿ ਸਿੱਖਾਂ ਨੇ ਇਹਦੇ ਭਰਾ ਦਾ ਕਤਲ ਕਰ ਦਿੱਤਾ ਤੇ ਇਸ ਨੇ ਵਾਅਦਾ ਕਰ ਲਿਆ ਵੀ ਹੁਣ ਮੈਂ ਪੱਗ ਉਸੇ ਦਿਨ ਬੰਨਾਂਗਾ ਜਿਸ ਦਿਨ ਸਿੱਖ ਖਤਮ ਹੋ ਜਾਣਗੇ। ਸੋ ਅਗਲੀ ਇਤਿਹਾਸ ਦੀ ਵਿਚਾਰ ਆਪਾਂ ਕੱਲ੍ਹ ਨੂੰ ਕਰਾਂਗੇ। ਸਮੇਂ ਦੀ ਸਮਾਪਤੀ ਹੈ। ਆਪ ਸਰਬੱਤ ਸੰਗਤਾਂ ਦਾ ਗੁਰਦੁਆਰਾ ਸਾਹਿਬ ਆਉਣ 'ਤੇ ਬਹੁਤ ਬਹੁਤ ਧੰਨਵਾਦ ਜੀ। ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।